ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਸਮੇਂ ਸਾਰੀ ਦੁਨੀਆ ਇੱਕ ਬਿਮਾਰੀ ਦੇ ਡਰ ਦੇ ਨਾਲ ਘਰਾਂ ਦੇ ਵਿੱਚ ਬੈਠੀ ਹੋਈ ਸੀ ਤੇ ਉਸ ਦਾ ਕੋਈ ਵੀ ਇਲਾਜ ਨਜ਼ਰ ਹੀ ਨਹੀਂ ਪੈ ਰਿਹਾ ਸੀ। ਹਰ ਪਾਸੇ ਡਰ ਦਾ ਮਾਹੌਲ ਬਣਿਆ ਹੋਇਆ ਸੀ। ਜੇਕਰ ਦੇਖਿਆ ਜਾਵੇ ਤਾਂ ਉਸ ਤੋਂ ਵੀ ਭਿਆਨਕ ਤੋਂ ਭਿਆਨਕ ਬਿਮਾਰੀਆਂ ਇਸ ਦੁਨੀਆ ਦੇ ਵਿੱਚ ਹਨ, ਜਿਨ੍ਹਾਂ ਦਾ ਰਿਜ਼ਲਟ ਸਿਰਫ ਮੌਤ ਹੈ। ਪਰ ਆਪਾਂ ਸਭ ਕੁਝ ਭੁੱਲ ਹੀ ਬੈਠੇ ਹਾਂ। ਆਪਾਂ ਉਸ ਪਰਮਾਤਮਾ ਦੀ ਕਿਰਪਾ ਤੇ ਵੀ ਯਕੀਨ ਕਰਨਾ ਭੁੱਲ ਚੁੱਕੇ ਹਾਂ। ਚਲੋ ਤੁਹਾਨੂੰ ਇੱਕ ਅਜਿਹੀ ਘਟਨਾ ਬਾਰੇ ਜਾਣੂ ਕਰਵਾਉਂਦੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਇਸ ਬਿਮਾਰੀ ਦਾ ਇਲਾਜ ਜੋ ਕਿ ਤੁਹਾਡੇ ਘਰਾਂ ਦੇ ਵਿੱਚ ਹੀ ਹੈ ਉਸ ਬਾਰੇ ਜਾਣ ਸਕੋਗੇ ਤੇ ਸ਼ਾਇਦ ਤੁਹਾਡਾ ਵਿਸ਼ਵਾਸ ਵੀ ਕਾਇਮ ਹੋਵੇਗਾ। ਗੁਰਪ੍ਰੀਤ ਕੌਰ ਲੁਧਿਆਣੇ ਦੇ ਰਹਿਣ ਵਾਲੇ, ਉਹਨਾਂ ਨੇ ਆਪਣੇ ਪਰਿਵਾਰ ਦੀ ਇੱਕ ਅਜਿਹੀ ਘਟਨਾ ਸਾਂਝੀ ਕੀਤੀ ਕਿ ਸ਼ਾਇਦ ਜਿਸ ਦੇ ਸਾਹਮਣੇ ਇਹ ਫੈਲੀ ਹੋਈ ਬਿਮਾਰੀ ਵੀ ਕੋਈ ਜ਼ਿਆਦਾ ਨਹੀਂ ਹੋਵੇਗੀ। ਗੁਰਪ੍ਰੀਤ ਕੌਰ ਦੱਸਦੇ ਹਨ ਕਿ ਉਹਨਾਂ ਦੇ ਪਰਿਵਾਰ ਦਾ ਪਿਛੋਕੜ ਪਾਕਿਸਤਾਨ ਤੋਂ ਹੈ। ਵੰਡ ਹੋਈ ਤਾਂ ਪਾਕਿਸਤਾਨ ਛੱਡਣਾ ਪਿਆ। ਉਸ ਸਮੇਂ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਦਾਦਾ ਦਾਦੀ, ਮਾਤਾ ਪਿਤਾ ਅਤੇ ਅਸੀਂ 3 ਭੈਣਾਂ ਸੀ, ਜਿਨ੍ਹਾਂ ਦੀ ਉਮਰ ਹਾਲੇ ਛੋਟੀ ਹੀ ਸੀ। ਬੜਾ ਕਤਲੇ-ਆਮ ਹੋਇਆ, ਪਰ ਕਿਸੇ ਨਾ ਕਿਸੇ ਤਰ੍ਹਾਂ ਕਰਦੇ ਕਰਾਉਂਦਿਆਂ ਹੌਲੀ ਹੌਲੀ ਕਰਕੇ ਉਹਨਾਂ ਦਾ ਪਰਿਵਾਰ ਅੰਮ੍ਰਿਤਸਰ ਸਾਹਿਬ ਪਹੁੰਚਿਆ। ਪਰ ਬੜੀ ਦੁਖਦ ਗੱਲ ਹੋਈ ਕਿ ਰਾਸਤੇ ਦੇ ਵਿੱਚ ਮੇਰੀ ਦਾਦੀ ਜੀ, ਜੋ ਕਿ ਪਹਿਲਾਂ ਹੀ ਬਿਮਾਰ ਸੀ, ਉਹਨਾਂ ਨੇ ਰਾਸਤੇ ਦੇ ਵਿੱਚ ਹੀ ਦਮ ਤੋੜ ਦਿੱਤਾ। ਸਮਾਂ ਅਜਿਹਾ ਸੀ ਕਿ ਕੁਝ ਵੀ ਕਰ ਨਹੀਂ ਸਕਦੇ ਸੀ ਅਤੇ ਬਜ਼ੁਰਗ ਮਾਂ ਦਾ ਅੰਤਿਮ ਸੰਸਕਾਰ ਮੇਰੇ ਪਿਤਾ ਜੀ ਮਾਨ ਸਿੰਘ ਕਰ ਨਾ ਸਕੇ ਤੇ ਸਮਾਂ ਦੇਖਦੇ ਹੀ ਉਹਨਾਂ ਦੀ ਲਾਸ਼ ਉੱਥੇ ਹੀ ਛੱਡ ਕੇ ਜਾਣਾ ਪਿਆ। ਪਰਿਵਾਰ ਹੌਲੀ ਹੌਲੀ ਕਰਦਿਆਂ ਕਰਾਉਂਦਿਆਂ ਲੁਧਿਆਣੇ ਸ਼ਹਿਰ ਪਹੁੰਚ ਅਤੇ ਸੀਐਮਸੀ ਹਸਪੀਟਲ ਦੇ ਕੋਲ ਹੀ ਇੱਕ ਮੁਹੱਲਾ ਪੈਂਦਾ ਹੈ, ਜੋ ਕਿ ਸ਼੍ਰੀ ਹਰਗੋਬਿੰਦ ਸਿੰਘ ਜੀ ਦੇ ਨਾਮ ਤੇ ਵਸਿਆ ਹੋਇਆ ਹੈ ਅਤੇ ਸਾਡਾ ਪਰਿਵਾਰ ਉੱਥੇ ਹੀ ਰਹਿਣ ਲੱਗ ਪਿਆ। ਪਰ ਮੇਰੇ ਪਿਤਾ ਜੀ ਪਰੇਸ਼ਾਨੀ ਦੇ ਵਿੱਚ ਰਹਿਣ ਲੱਗੇ। ਪਰੇਸ਼ਾਨੀ ਇਹ ਸੀ ਕਿ ਉਹ ਆਪਣੀ ਮਾਤਾ ਦਾ ਸੰਸਕਾਰ ਨਾ ਕਰ ਸਕੇ। ਉਹਨਾਂ ਨੂੰ ਉੱਥੇ ਹੀ ਲਾਵਾਰਿਸਾਂ ਦੇ ਵਾਂਗ ਛੱਡ ਦਿੱਤਾ ਗਿਆ। ਮੇਰੇ ਪਿਤਾ ਦਾ ਆਪਣੀ ਮਾਂ ਦੇ ਨਾਲ ਕਾਫੀ ਮੋਹ ਸੀ, ਇਸ ਕਰਕੇ ਉਹ ਪਰੇਸ਼ਾਨ ਸੀ। ਉਹਨਾਂ ਦੇ ਦਿਲ ਤੇ ਦਿਮਾਗ ਦੇ ਉੱਤੇ ਬੈਠ ਗਈ। ਰੋਂਦੇ ਰਹਿੰਦੇ ਸੀ ਕਿ ਯਾਦ ਕਰਦੇ ਹੋਏ ਕਿਹਾ ਕਰਦੇ ਸੀ ਕਿ ਮੇਰੀ ਮਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਤੇ ਮੈਂ ਉਹਨਾਂ ਨੂੰ ਉੱਥੇ ਹੀ ਲਾਵਾਰਿਸਾਂ ਦੇ ਵਾਂਗ ਛੱਡ ਆਇਆ। ਮੈਂ ਆਪਣੀ ਮਾਂ ਦੇ ਲਈ ਕੁਝ ਨਾ ਕਰ ਸਕਿਆ। ਬਚਪਨ ਦੇ ਵਿੱਚ ਉਹ ਮੇਰੇ ਕੇਸਾਂ ਨੂੰ ਦਹੀਂ ਦੇ ਨਾਲ ਇਸ਼ਨਾਨ ਕਰਾਉਂਦੀ ਸੀ। ਪਹਿਲਾਂ ਸਮਿਆਂ ਦੇ ਵਿੱਚ ਦਹੀਂ ਦੇ ਨਾਲ ਹੀ ਕੇਸ ਧੋਦੇ ਸੀ ਤਾਂ ਜੋ ਉਹ ਲੰਬੇ ਰਹਿਣ ਤੇ ਵਧੀਆ ਰਹਿਣ। ਮੇਰੇ ਮਾਤਾ ਜੀ ਮੇਰੇ ਕੇਸਾਂ ਨੂੰ ਦਹੀਂ ਦੇ ਨਾਲ ਧੋਂਦੇ ਸੀ ਅਤੇ ਕਿਹਾ ਕਰਦੀ ਸੀ ਕਿ ਪੁੱਤ ਕਦੇ ਕੇਸ ਨਾ ਕਟਵਾਵੀਂ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮੋਹਰ ਹਨ। ਮੇਰੀ ਮਾਤਾ ਮੇਰੇ ਕੇਸਾਂ ਦਾ ਧਿਆਨ ਰੱਖਦੀ ਸੀ ਅਤੇ ਨਾਲ ਹੀ ਨਾਲ ਪਿਆਰ ਦੇ ਨਾਲ ਮੇਰੇ ਸਿਰ ਤੇ ਹੱਥ ਫੇਰ ਕੇ ਇੰਜ ਵੀ ਕਿਹਾ ਕਰਦੀ ਸੀ ਕਿ ਆਪਣੇ ਕੇਸ ਕਦੀ ਨਾ ਕਟਵਾਵੀਂ। ਸੋ ਅਜਿਹੀਆਂ ਗੱਲਾਂ ਯਾਦ ਕਰ ਕਰ ਮਾਨ ਸਿੰਘ ਮੇਰੇ ਪਿਤਾ ਜੀ ਰੋਂਦੇ ਰਹਿੰਦੇ। ਪਰ ਅਚਾਨਕ ਇੱਕ ਦਿਨ ਉਹਨਾਂ ਦੇ ਸਿਰ ਦੇ ਵਿੱਚ ਦਰਦ ਹੋਣ ਲੱਗਿਆ। ਮੇਰੇ ਦਾਦਾ ਜੀ ਉਸ ਸਮੇਂ ਕਾਫੀ ਬਜ਼ੁਰਗ ਸੀ। ਉਹ ਉਹਨਾਂ ਨੂੰ ਲੈ ਕੇ ਸੀਐਮਸੀ ਹਸਪੀਟਲ ਗਏ। ਉਹਨਾਂ ਸਮਿਆਂ ਦੇ ਵਿੱਚੋਂ ਇੱਕੋ ਇੱਕ ਅੰਗਰੇਜ਼ਾਂ ਦਾ ਹਸਪੀਟਲ ਲੁਧਿਆਣੇ ਦੇ ਵਿੱਚ ਸੀਐਮਸੀ ਹੀ ਹੁੰਦਾ ਸੀ ਤੇ ਮੇਰੇ ਦਾਦਾ ਜੀ ਸੀਐਮਸੀ ਉਹਨਾਂ ਨੂੰ ਲੈ ਕੇ ਗਏ ਤੇ ਉੱਥੇ ਉਹਨਾਂ ਨੂੰ ਚੈੱਕ ਕਰਵਾਇਆ। ਡਾਕਟਰਾਂ ਨੇ ਮੈਡੀਸਿਨ ਦਿੱਤੀ ਤੇ ਵਾਪਿਸ ਭੇਜ ਦਿੱਤਾ। ਫਿਰ ਕੁਝ ਕੁ ਦਿਨਾਂ ਦਵਾਈ ਖਾਣ ਤੋਂ ਬਾਅਦ ਦਰਦ ਸ਼ੁਰੂ ਹੋ ਗਿਆ ਤੇ ਉਂਝ ਹੀ ਵੱਧ ਗਿਆ ਤੇ ਫਿਰ ਉਹਨਾਂ ਨੂੰ ਸੀਐਮਸੀ ਹਸਪੀਟਲ ਲੈ ਕੇ ਗਏ। ਜਦੋਂ ਡਾਕਟਰਾਂ ਨੂੰ ਸ਼ੱਕ ਹੋਇਆ ਤੇ ਉਹਨਾਂ ਡਾਕਟਰਾਂ ਨੇ ਟੈਸਟ ਕਰਵਾਏ ਅਤੇ ਕੁਝ ਸਮੇਂ ਬਾਅਦ ਟੈਸਟਾਂ ਦੀ ਰਿਪੋਰਟ ਆਈ। ਉਹਨਾਂ ਨੂੰ ਡਾਕਟਰ ਨੇ ਆਪਣੇ ਕਮਰੇ ਦੇ ਵਿੱਚ ਬੁਲਾ ਲਿਆ। ਡਾਕਟਰਾਂ ਨੇ ਮੇਰੇ ਦਾਦਾ ਜੀ ਨੂੰ ਪੁੱਛਿਆ ਕਿ ਇਹ ਤੁਹਾਡੇ ਕੀ ਲੱਗਦੇ ਹਨ। ਮੇਰੇ ਦਾਦਾ ਜੀ ਕਹਿਣ ਲੱਗੇ ਕਿ ਮੈਂ ਇਸ ਦਾ ਬਾਪ ਹਾਂ। ਇਸ ਦੀਆਂ ਛੋਟੀਆਂ-ਛੋਟੀਆਂ ਲੜਕੀਆਂ ਹਨ ਤੇ ਆਪਣੀ ਮਾਂ ਦੇ ਦੁੱਖ ਦੇ ਵਿੱਚ ਹੀ ਰੋਂਦਾ ਰਹਿੰਦਾ ਹੈ ਤੇ ਪਰੇਸ਼ਾਨ ਰਹਿੰਦਾ ਹੈ। ਡਾਕਟਰਾਂ ਨੇ ਕਿਹਾ ਕਿ ਮੈਂ ਤੁਹਾਡੇ ਕੋਲੋਂ ਕੁਝ ਲੁਕਾਉਣਾ ਨਹੀਂ ਚਾਹੁੰਦਾ। ਇਹ ਇਹਨਾਂ ਦੀ ਰਿਪੋਰਟਾਂ ਆਈਆਂ ਹਨ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਰੋਗ ਦਾ ਪਤਾ ਲੱਗਿਆ ਹੈ। ਇਹਨਾਂ ਦੇ ਸਿਰ ਦੇ ਵਿੱਚ ਇੱਕ ਰਸੌਲੀ ਹੈ। ਉਸ ਸਮੇਂ ਮੇਰੇ ਦਾਦਾ ਜੀ ਨੂੰ ਕੁਝ ਸਮਝ ਨਹੀਂ ਲੱਗੀ ਤੇ ਉਹਨਾਂ ਡਾਕਟਰਾਂ ਨੂੰ ਕਿਹਾ ਕਿ ਇਸ ਦਾ ਇਲਾਜ ਕੀ ਹੈ। ਡਾਕਟਰਾਂ ਨੇ ਕਿਹਾ ਕਿ ਸਿਰ ਦਾ ਆਪਰੇਸ਼ਨ ਹੀ ਇਸ ਦਾ ਇਲਾਜ ਹੈ।
ਪਰ ਉਸ ਦੇ ਵਿੱਚ ਕੋਈ ਗਾਰੰਟੀ ਨਹੀਂ, ਆਪਰੇਸ਼ਨ ਕਰਦਿਆਂ ਮੌਤ ਵੀ ਹੋ ਸਕਦੀ ਹੈ ਤੇ ਬੰਦਾ ਬਚ ਵੀ ਸਕਦਾ ਹੈ। ਮੇਰੇ ਦਾਦਾ ਜੀ ਨੇ ਕਿਹਾ ਕਿ ਜੇਕਰ ਆਪਰੇਸ਼ਨ ਨਾ ਕਰਵਾਏ ਤਾਂ ਕੀ ਹੋਵੇਗਾ, ਤੇ ਡਾਕਟਰ ਨੇ ਕਿਹਾ ਕਿ ਦਰਦ ਦੇ ਨਾਲ ਪਤਾ ਨਹੀਂ ਕਿਹੜਾ ਸਰੀਰ ਦਾ ਅੰਗ ਕੰਮ ਕਰਨਾ ਬੰਦ ਕਰ ਜਾਵੇ ਜਾਂ ਫਿਰ ਜ਼ਿਆਦਾਤਰ ਚਾਂਸ ਅੱਖਾਂ ਦੀ ਰੋਸ਼ਨੀ ਦੇ ਜਾਣ ਦੇ ਹੁੰਦੇ ਹਨ। ਮੇਰੇ ਦਾਦਾ ਜੀ ਦਵਾਈ ਲੈ ਕੇ ਤੇ ਪਿਤਾ ਨੂੰ ਲੈ ਕੇ ਘਰ ਆ ਗਏ। ਫਿਰ 15 ਕੁ ਦਿਨਾਂ ਬਾਅਦ ਉਸੇ ਤਰ੍ਹਾਂ ਹੀ ਹੋਇਆ। ਮੇਰੇ ਪਿਤਾ ਜੀ ਕਹਿਣ ਲੱਗੇ ਕਿ ਕੁਝ ਮੈਨੂੰ ਦਿਖਾਈ ਨਹੀਂ ਦੇ ਰਿਹਾ, ਤੇ ਫਿਰ ਆਂਢ ਗੁਆਂਢ ਵਾਲਿਆਂ ਨੇ ਦਾਦਾ ਜੀ ਨੂੰ ਉਹਨਾਂ ਡਾਕਟਰਾਂ ਦੇ ਕੋਲ ਲੈ ਗਏ ਤੇ ਡਾਕਟਰਾਂ ਨੇ ਕਿਹਾ ਉਹੀ ਹੋਇਆ ਜਿਸ ਦਾ ਡਰ ਸੀ। ਇਸ ਦੀ ਇੱਕੋ ਇੱਕ ਹੱਲ ਹੈ, ਆਪਰੇਸ਼ਨ ਕਰਨਾ। ਪਰ ਆਪਰੇਸ਼ਨ ਦੇ ਲਈ ਪੈਸੇ ਨਹੀਂ ਸਨ। ਡਾਕਟਰ ਨੇ ਮੇਰੇ ਦਾਦਾ ਜੀ ਨੂੰ ਕਿਹਾ ਕਿ ਮੈਂ ਤੁਹਾਡੀ ਇੱਕ ਤਰ੍ਹਾਂ ਮਦਦ ਕਰ ਸਕਦਾ ਹਾਂ ਕਿ ਮੇਰਾ ਇੱਕ ਅੰਗਰੇਜ਼ ਡਾਕਟਰ ਵਾਕਫ ਹੈ, ਮੈਂ ਇੱਕ ਚਿੱਠੀ ਲਿਖ ਦਿੰਨਾ ਹਾਂ, ਤੁਸੀਂ ਚਿੱਠੀ ਲੈ ਕੇ ਉਸ ਡਾਕਟਰ ਦੇ ਕੋਲ ਜਾਓ, ਉਹ ਤੁਹਾਡਾ ਆਪਰੇਸ਼ਨ ਫ੍ਰੀ ਵਿੱਚ ਕਰ ਦੇਵੇਗਾ। ਜਦੋਂ ਤੁਹਾਡੇ ਕੋਲ ਪੈਸੇ ਹੋਣਗੇ ਤੁਸੀਂ ਉਸ ਡਾਕਟਰ ਨੂੰ ਦੇ ਦੇਣਾ, ਪਰ ਉਸ ਦੇ ਲਈ ਤੁਹਾਨੂੰ ਦਿੱਲੀ ਜਾਣਾ ਪਵੇਗਾ। ਉਹ ਚਿੱਠੀ ਲੈ ਕੇ ਮੇਰੇ ਦਾਦਾ ਜੀ ਘਰ ਆ ਗਏ। ਆਂਢ ਗੁਆਂਢ ਆ ਕੇ ਕਹਿਣ ਲੱਗਿਆ ਕਿ ਤੁਸੀਂ ਸੋਚੋ ਨਾ, ਦਿੱਲੀ ਜਾਓ ਤੇ ਇਲਾਜ ਕਰਵਾਓ, ਇਸ ਦੀਆਂ ਛੋਟੀਆਂ-ਛੋਟੀਆਂ ਬੱਚੀਆਂ ਹਨ ਅਤੇ ਇਹਨਾਂ ਦਾ ਸਹਾਰਾ। ਤੁਸੀਂ ਆਪਣੇ ਪਰਿਵਾਰ ਦੀ ਫਿਕਰ ਨਾ ਕਰੋ, ਆਪਾਂ ਤੁਹਾਡੀ ਨੂੰਹ ਤੇ ਇਹਨਾਂ ਬੱਚਿਆਂ ਨੂੰ ਤੁਹਾਡੇ ਪਿੱਛੋਂ ਆਪਣੇ ਪਰਿਵਾਰ ਦੀ ਤਰ੍ਹਾਂ ਹੀ ਖਿਆਲ ਰੱਖਾਂਗੇ। ਸੋ ਮੇਰੇ ਦਾਦਾ ਜੀ ਆਪਣੇ ਪਰਿਵਾਰ ਦੀ ਚਿੰਤਾ ਛੱਡ ਕੇ ਦਿੱਲੀ ਲੈ ਕੇ ਮੇਰੇ ਪਿਤਾ ਜੀ ਨੂੰ ਚਲੇ ਗਏ ਅਤੇ ਉਸ ਹਸਪੀਟਲ ਦੇ ਵਿੱਚ ਪਹੁੰਚੇ। ਹਸਪਤਾਲ ਦੇ ਵੱਲੋਂ ਮਾਨ ਸਿੰਘ ਮੇਰੇ ਪਿਤਾ ਜੀ ਦੇ ਸਾਰੇ ਟੈਸਟ ਹੋਏ ਤੇ ਉਹਨਾਂ ਨੂੰ ਉੱਥੇ ਦਾਖਲ ਕਰ ਲਿਆ ਗਿਆ। ਡਾਕਟਰਾਂ ਨੇ ਕਿਹਾ ਕਿ ਇਹਨਾਂ ਦਾ ਆਪਰੇਸ਼ਨ ਇੱਥੇ ਬੁੱਧਵਾਰ ਨੂੰ ਹੋਵੇਗਾ ਅਤੇ ਇਹਨਾਂ ਨੂੰ ਇੱਕ ਹਫ਼ਤਾ ਇੱਥੇ ਹੀ ਦਾਖਲ ਕਰਨਾ ਪਵੇਗਾ। ਸੋ ਮੇਰੇ ਦਾਦਾ ਜੀ ਮੇਰੇ ਪਿਤਾ ਜੀ ਦੇ ਨਾਲ ਉੱਥੇ ਹੀ ਰੁਕ ਗਏ ਤੇ ਫਿਰ ਮੰਗਲਵਾਰ ਸ਼ਾਮ ਨੂੰ ਡਾਕਟਰ ਆਏ ਤੇ ਸਾਰੇ ਮਰੀਜ਼ਾਂ ਨੂੰ ਚੈੱਕ ਕਰਦੇ ਹੋਏ ਮੇਰੇ ਪਿਤਾ ਜੀ ਦੇ ਕੋਲ ਪਹੁੰਚੇ ਤੇ ਹਾਲ ਚਾਲ ਪੁੱਛਣ ਲੱਗੇ। ਸਾਰੀ ਦਵਾਈ ਲਿਖੀ ਤੇ ਇਲਾਜ ਵੀ ਲਿਖ ਦਿੱਤਾ। ਕੋਲ ਖੜੀ ਨਰਸ ਨੂੰ ਡਾਕਟਰ ਕਹਿਣ ਲੱਗਿਆ ਕਿ ਕੱਲ 8 ਵਜੇ ਇਹਨਾਂ ਦਾ ਆਪਰੇਸ਼ਨ ਹੈ, ਇਹਨਾਂ ਨੂੰ ਸਵੇਰੇ ਆਪਰੇਸ਼ਨ ਥੀਏਟਰ ਦੇ ਵਿੱਚ ਲਿਆਉਣ ਤੋਂ ਪਹਿਲਾਂ 7 ਵਜੇ ਕਿਸੇ ਨਾਈ ਨੂੰ ਬੁਲਾ ਕੇ ਇਹਨਾਂ ਦੇ ਵਾਲ ਕਟਵਾ ਦੇਣੇ। ਇਹ ਗੱਲ ਕਹਿ ਕੇ ਡਾਕਟਰ ਤਾਂ ਉੱਥੋਂ ਚਲਾ ਗਿਆ, ਪਰ ਡਾਕਟਰ ਦੀ ਇਹ ਗੱਲ ਸੁਣ ਕੇ ਮੇਰੇ ਪਿਤਾ ਜੀ ਦੇ ਦਿਲ ਤੇ ਦਿਮਾਗ ਉੱਤੇ ਸੱਟ ਵੱਜੀ। ਮੇਰੇ ਪਿਤਾ ਉੱਠ ਕੇ ਉੱਚੀ ਪਾਗਲਾਂ ਦੇ ਵਾਂਗ ਧਾਹਾਂ ਮਾਰਨ ਲੱਗੇ ਤੇ ਕਹਿਣ ਲੱਗੇ, ਮਾਂ ਹੁਣ ਕਿੱਥੇ ਹੈ ਗੁਰੂ ਗੋਬਿੰਦ ਸਿੰਘ? ਤੂੰ ਕਹਿੰਦੀ ਸੀ ਕਿ ਇਹ ਕੇਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮੋਹਰ ਹਨ, ਇਹਨਾਂ ਨੂੰ ਨਾ ਕਟਵਾਈ। ਹੁਣ ਕਿੱਥੇ ਹੈ ਗੁਰੂ ਗੋਬਿੰਦ ਸਿੰਘ ਜਦੋਂ ਮੇਰੇ ਕੇਸ ਕੱਟ ਹੋਣ ਵਾਲੇ ਨੇ? ਉੱਚੀ ਮੇਰੇ ਪਿਤਾ ਜੀ ਬੋਲਦੇ ਰਹੇ। ਇਸੇ ਤਰ੍ਹਾਂ ਆਪਣੇ ਪੁੱਤ ਨੂੰ ਭੁੱਬਾ ਮਾਰਦੇ ਰੋਂਦਿਆਂ ਦੇਖ ਮੇਰੇ ਦਾਦਾ ਜੀ ਵਾਰਡ ਦੇ ਵਿੱਚੋਂ ਬਾਹਰ ਆ ਕੇ ਰੋਣ ਲੱਗ ਪਏ। ਰੋਂਦਿਆਂ ਮੇਰੇ ਪਿਤਾ ਜੀ ਨੂੰ ਅਹਿਸਾਸ ਹੋਇਆ ਕਿ ਕੋਈ ਉਹਨਾਂ ਦੇ ਕੋਲ ਆ ਕੇ ਸਿਰ ਦੇ ਉੱਤੇ ਹੱਥ ਫੇਰ ਕੇ ਕਹਿ ਰਿਹਾ ਹੈ ਕਿ ਪੁੱਤ ਇੰਜ ਨਾ ਬੋਲ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਮੇਸ਼ਾ ਹੀ ਸਾਡੇ ਅੰਗ ਸੰਗ ਹਨ, ਉਹ ਤੇਰੇ ਕੋਲ ਹੀ ਹਨ। ਮੇਰੇ ਪਿਤਾ ਜੀ ਨੇ ਪੁੱਛਿਆ ਕਿ ਤੁਸੀਂ ਕੌਣ ਹੋ ਮਾਤਾ ਜੀ? ਉਹਨਾਂ ਨੇ ਕਿਹਾ ਕਿ ਮੇਰਾ ਨਾਮ ਸੁਰਜੀਤ ਕੌਰ ਹੈ ਅਤੇ ਮੈਂ ਇੱਥੇ ਹੀ ਨਰਸ ਦਾ ਕੰਮ ਕਰਦੀ ਹਾਂ। ਗੁਰੂ ਗੋਬਿੰਦ ਸਿੰਘ ਜੀ ਹਮੇਸ਼ਾ ਹੀ ਸਾਡੇ ਅੰਗ ਸੰਗ ਹਨ, ਤੁਸੀਂ ਇੰਜ ਨਾ ਬੋਲੋ, ਹੋ ਸਕਦਾ ਹੈ ਕਿ ਸਵੇਰੇ ਤੱਕ ਤੁਹਾਡੀ ਅੱਖਾਂ ਦੀ ਰੋਸ਼ਨੀ ਮੁੜ ਆਵੇ। ਸੋ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਾ ਬੋਲੋ, ਉਹ ਸਾਡੇ ਅੰਗ ਸੰਗ ਹੀ ਹਨ। ਮੇਰੇ ਪਿਤਾ ਜੀ ਇਹ ਮੂੰਹ ਦੇ ਵਿੱਚ ਬੋਲਦੇ ਹੋਏ ਸੋ ਗਏ ਕਿ ਕਿੱਥੇ ਹੈ ਗੁਰੂ ਗੋਬਿੰਦ ਸਿੰਘ। ਰਾਤ ਲੰਘ ਗਈ ਤੇ ਜਾਗ ਉਦੋਂ ਖੁੱਲੀ ਜਦੋਂ ਨਰਸ ਨੇ ਆ ਕੇ ਬੁਲਾਇਆ ਕਿ ਮਾਨ ਸਿੰਘ ਜੀ ਉੱਠੋ, ਆਪਰੇਸ਼ਨ ਲਈ ਜਾਣਾ ਹੈ, ਤੁਹਾਡੇ ਵਾਲ ਕਟਵਾਉਣੇ ਹਨ। ਮੇਰੇ ਪਿਤਾ ਦੀਆਂ ਅੱਖਾਂ ਬੰਦ ਸੀ ਤੇ ਅਚਾਨਕ ਨੀਂਦ ਚੋਂ ਉੱਠੇ ਤੇ ਅੱਖਾਂ ਖੋਲੀਆਂ। ਹੈਰਾਨੀ ਉਦੋਂ ਹੋਈ ਜਦੋਂ ਉਹਨਾਂ ਨੂੰ ਸਭ ਕੁਝ ਦਿਖਾਈ ਦੇਣ ਲੱਗਿਆ। ਮੇਰੇ ਪਿਤਾ ਜੀ ਉੱਚੀ ਬੋਲਣ ਲੱਗੇ ਕਿ ਮੈਂ ਵਾਲ ਨਹੀਂ ਕਟਵਾਉਣੇ, ਮੈਨੂੰ ਸਭ ਕੁਝ ਦਿਖਾਈ ਦੇ ਰਿਹਾ ਹੈ। ਕਿਸੇ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਤੇ ਆਵਾਜ਼ਾਂ ਸੁਣ ਕੇ ਡਾਕਟਰ ਵੀ ਉਸ ਕਮਰੇ ਦੇ ਵਿੱਚ ਆ ਗਏ। ਮੇਰੇ ਪਿਤਾ ਜੀ ਦੀ ਗੱਲ ਨਾ ਮੰਨ ਕੇ ਡਾਕਟਰ ਕਹਿਣ ਲੱਗਿਆ ਕਿ ਮਾਨ ਸਿੰਘ ਤੂੰ ਡਰ ਚੁੱਕਿਆ ਹੈ, ਜੇਕਰ ਤੇਰੇ ਵਾਲ ਨਹੀਂ ਕੱਟਾਂਗੇ ਤਾਂ ਆਪਰੇਸ਼ਨ ਕਿਵੇਂ ਹੋਵੇਗਾ? ਪਰ ਮੇਰੇ ਪਿਤਾ ਜੀ ਕਹਿੰਦੇ ਰਹੇ ਕਿ ਮੈਂ ਵਾਲ ਨਹੀਂ ਕਟਵਾਉਣੇ, ਮੈਨੂੰ ਸਭ ਕੁਝ ਦਿਖਾਈ ਦੇ ਰਿਹਾ ਹੈ ਤੇ ਨਾ ਹੀ ਮੈਂ ਕੋਈ ਆਪਰੇਸ਼ਨ ਕਰਵਾਉਣਾ ਹੈ। ਜਦੋਂ ਡਾਕਟਰਾਂ ਦੇ ਪੁੱਛਣ ਤੋਂ ਬਾਅਦ ਹਸਪੀਟਲ ਦੇ ਪਰਦੇ ਅਤੇ ਮਰੀਜ਼ਾਂ ਦੇ ਕੱਪੜਿਆਂ ਦੇ ਰੰਗ ਦੱਸਿਆ ਤਾਂ ਡਾਕਟਰ ਵੀ ਹੈਰਾਨ ਹੋ ਗਏ
ਕਿ ਇਹ ਕਿਸ ਤਰ੍ਹਾਂ ਮੁਮਕਿਨ ਹੈ। ਉਸ ਤੋਂ ਬਾਅਦ ਉਸ ਡਾਕਟਰ ਨੇ ਵੱਡੇ ਡਾਕਟਰ ਅਤੇ ਅੰਗਰੇਜ਼ ਨੂੰ ਵੀ ਬੁਲਾਇਆ ਤੇ ਦੁਬਾਰੇ ਸਾਰੇ ਟੈਸਟ ਕੀਤੇ। 3 ਘੰਟਿਆਂ ਬਾਅਦ ਟੈਸਟ ਦੀ ਰਿਪੋਰਟ ਆਈ। ਉਹ ਸਾਰੇ ਡਾਕਟਰ ਉਸ ਦੇ ਕੋਲ ਹੀ ਆਏ ਤੇ ਕਹਿਣ ਲੱਗੇ, ਪਰਮਾਤਮਾ ਗੋਡ ਦਾ ਚਮਤਕਾਰ ਹੋਇਆ ਹੈ, ਤੇਰੀਆਂ ਸਾਰੀਆਂ ਰਿਪੋਰਟਾਂ ਆ ਚੁੱਕੀਆਂ ਹਨ, ਜਿਨ੍ਹਾਂ ਦੇ ਵਿੱਚ ਇਹ ਆਇਆ ਹੈ ਕਿ ਤੇਰੇ ਸਿਰ ਦੇ ਵਿੱਚ ਕੋਈ ਵੀ ਰਸੋਲੀ ਨਹੀਂ ਹੈ, ਤੂੰ ਬਿਲਕੁਲ ਠੀਕ ਹੈ। ਦਾਦਾ ਜੀ ਕਹਿਣ ਲੱਗੇ ਕਿ ਹੁਣ ਸਾਡੇ ਕੋਲ ਥੋੜੀ ਜਿਹੀ ਪੈਸੇ ਨੇ, ਆ ਰੱਖ ਲਵੋ, ਅਸੀਂ ਥੋੜੇ ਥੋੜੇ ਕਰਕੇ ਤੁਹਾਡੇ ਸਾਰੇ ਦੇ ਦੇਵਾਂਗੇ। ਡਾਕਟਰਾਂ ਨੇ ਕਿਹਾ ਕਿ ਸਾਨੂੰ ਸ਼ਰਮਿੰਦਾ ਨਾ ਕਰੋ, ਅਸੀਂ ਪੈਸੇ ਨਹੀਂ ਲੈਣੇ, ਤੁਹਾਡੇ ਕਰਕੇ ਪਰਮਾਤਮਾ ਦੇ ਸਾਡੇ ਹਸਪੀਟਲ ਦੇ ਵਿੱਚ ਚਰਨ ਪਏ ਹਨ, ਸਾਡੇ ਲਈ ਇੰਨਾ ਹੀ ਬਹੁਤ ਹੈ। ਸੋ ਵਾਪਿਸ ਆਉਣ ਲੱਗੇ ਮੇਰੇ ਪਿਤਾ ਜੀ ਕਹਿਣ ਲੱਗੇ ਕਿ ਮੈਂ ਇੱਕ ਵਾਰ ਉਸ ਨਰਸ ਨੂੰ ਮਿਲਣਾ ਹੈ ਜਿਸ ਨੇ ਮੇਰੀ ਸਿਰ ਦੇ ਉੱਤੇ ਹੱਥ ਫੇਰ ਕੇ ਕਿਹਾ ਕਿ ਹੋ ਸਕਦਾ ਹੈ ਸਵੇਰ ਤੱਕ ਤੇਰੀ ਅੱਖਾਂ ਦੀ ਰੋਸ਼ਨੀ ਵਾਪਸ ਮੁੜ ਆਵੇ। ਜਦੋਂ ਡਾਕਟਰਾਂ ਨੂੰ ਪੁੱਛਿਆ ਕਿ ਤੁਹਾਡੇ ਕੋਲ ਉਹ ਕੰਮ ਕਰਦੇ ਹਨ ਜਿਸ ਦਾ ਨਾਮ ਸੁਰਜੀਤ ਕੌਰ ਹੈ, ਉਸ ਦੇ ਨਾਲ ਇੱਕ ਵਾਰੀ ਮਿਲਵਾ ਦਿਓ। ਡਾਕਟਰਾਂ ਨੇ ਆਪਣੇ ਸਟਾਫ ਦੀ ਸਾਰੀ ਲਿਸਟ ਚੈੱਕ ਕੀਤੀ ਅਤੇ ਕਿਹਾ ਕਿ ਸਾਡੇ ਕੋਲ ਇਸ ਨਾਮ ਦੀ ਕੋਈ ਵੀ ਨਰਸ ਕੰਮ ਨਹੀਂ ਕਰਦੀ, ਉਹ ਤੁਹਾਡੇ ਗੁਰੂ ਹੀ ਸੀ ਜੋ ਸੁਰਜੀਤ ਕੌਰ ਦਾ ਰੂਪ ਧਾਰ ਕੇ ਆਏ ਸੀ, ਜਿਸ ਨੇ ਸਿਰ ਦੇ ਉੱਤੇ ਹੱਥ ਫੇਰ ਕੇ ਤੇਰੇ ਸਾਰੇ ਦੁੱਖ ਦੂਰ ਕਰ ਦਿੱਤੇ। ਸੋ ਇਸ ਤਰ੍ਹਾਂ ਪਰਮਾਤਮਾ ਸਾਡੇ ਅੰਗ ਸੰਗ ਹੀ ਹੁੰਦਾ ਹੈ, ਬਸ ਲੋੜ ਹੈ ਉਸ ਦੇ ਉੱਤੇ ਵਿਸ਼ਵਾਸ। ਗੁਰਬਾਣੀ ਦੇ ਵਿੱਚ ਕਿਹਾ ਗਿਆ ਹੈ, ਇੱਕ ਵਿਸ਼ਵਾਸ ਦੀ ਗੱਲ ਹੁੰਦੀ ਹੈ, ਉਸ ਵਿਸ਼ਵਾਸ ਜੋ ਦਿਲ ਵਿੱਚੋਂ ਉਮੜ ਕੇ ਆਉਂਦਾ ਹੈ, ਉਹ ਵਿਸ਼ਵਾਸ ਗੁਰੂ ਦੇ ਪੱਕਾ ਹੁੰਦਾ ਹੈ। ਇਸ ਤਰ੍ਹਾਂ ਦੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਨਵੀਂ ਵੀਡੀਓ ਲੈ ਕੇ ਜਲਦ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।